मैडम ये कहा जा रहा है कि उस जो गद्दे जिथे वीसी ਨੂੰ ਹਟਾਇਆ ਗਿਆ ਸੀਗਾ ਉਹਨੂੰ ਤਾਂ ਲੌਕ ਲੱਗਿਆ ਸੀਗਾ ਜਦੋਂ ਉਹ ਮੰਤਰੀ ਸਾਹਿਬ ਪਹੁੰਚਦੇ ਆ ਉਦੋਂ ਲੌਕ ਖੋਲਿਆ ਉਦੋਂ ਜਾ ਕੇ ਵਿਖਾਇਆ ਗਿਆ ਹੈ ਕਿ ਉਹਨੂੰ ਛੱਡੋ। ਉਸ ਤੋਂ ਬਾਅਦ ਤੁਸੀਂ ਹੁਣ ਵੀ ਮੈਂ ਕਹਿੰਦੀ ਆ ਮੈਡੀਸਨ ਵਾਰਡ 'ਚ ਜਾ ਕੇ ਵੇਖੋ, ਤੁਸੀਂ ਸਰਜਰੀ ਵਾਰਡ 'ਚ ਜਾ ਕੇ ਦੇਖੋ, ਗੱਦੇ ਤੁਹਾਨੂੰ ਇਦਾਂ ਦੇ ਹੀ ਮਿਲਣਗੇ। ਇਸ ਕਰਕੇ ਗੱਦਾ ਇੱਕ ਕੱਲਾ ਗੱਦਾ ਇਸ਼ੂ ਨਹੀਂ ਆ ਜਿੰਨਾ ਕਿ ਗੱਦੇ ਨੂੰ ਇੰਨਾ ਵੱਡਾ ਇਸ਼ੂ ਬਣਾ ਲਿਆ ਆ। ਇਸ਼ੂ ਹੈਗੀ ਆ ਇੱਥੋਂ ਦੀ ਮੈਨੇਜਮੈਂਟ, क्योंकि 8 साल तो जदों तो इत्थे वीसी राज बहादुर जी ने कोई भी इंप्रूवमेंट नहीं हुई, कोई इंप्रूवमेंट नहीं की गई। इत्थों के मरीजों की सेहत वाल सहूलतां वाल कोई ध्यान नहीं दिता गया। ਤੁਸੀਂ ਆਪਦੇ ਹੱਕਾਂ ਦੀ ਗੱਲ ਕਰਦੇ ਆ, ਉਹ ਹੱਕ ਪੰਜਾਬ ਸਰਕਾਰ ਨੇ ਤੁਹਾਨੂੰ ਦੇ ਰਹੀ ਜਾਂ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਨੇ ਤੁਹਾਨੂੰ ਦੇ ਰਿਹਾ? ਪੰਜਾਬ ਗੌਰਮੈਂਟ ਦੇ ਜਿੰਨੇ ਰੂਲਸ ਨੇ ਉਹ ਸਾਡੇ ਤੇ ਅਪਲਾਈ ਹੁੰਦੇ ਨੇ, ਪਰ ਫਿਰ ਮੇਨ ਗੱਲ ਉੱਥੇ ਹੀ ਆਉਂਦੀ ਆ ਕਿ ਜਦੋਂ ਤਾਂ ਮੁਲਾਜ਼ਮ ਦੇ ਹੱਕਾਂ ਦੀ ਗੱਲ ਆਉਂਦੀ ਆ ਉਦੋਂ ਇਹ ਪੰਜਾਬ ਗੌਰਮੈਂਟ ਤੇ ਚੱਲ ਜਾਂਦੇ। ਜਦੋਂ ਸਾਡਾ ਨੁਕਸਾਨ ਕਰਨਾ ਉਦੋਂ ਵੀਸੀ ਸਰ ਆਪ ਕਰਦੇ ਸੀ। ਸਾਲ ਹੁਣ ਤਾਂ ਖਤਮ ਕਰ ਦਿਓ, ਵੀਸੀ ਤਾਂ ਚੱਲ ਗਏ, ਉਹ ਤਾਂ ਕਹਿੰਦੇ ਆਉਣਾ ਹੀ ਨਹੀਂ, ਮੈਂ ਹੁਣ ਤਾਂ ਕਰ ਦਿਓ ਖਤਮ। ਆਉਣ ਦਾ ਨਾ ਆਉਣ ਦਾ ਸਵਾਲ ਮੈਨੂੰ ਨਹੀਂ ਲੱਗਦਾ ਕੁਛ ਹੈਗਾ, ਆਉਣਾ ਵੀ ਨਹੀਂ ਚਾਹੀਦਾ ਉਹਨਾਂ ਨੂੰ। ਦੇਖੋ ਜਿੰਨੀ ਇੱਥੇ ਭ੍ਰਿਸ਼ਟਾਚਾਰੀ ਕੀਤੀ ਹੋਈ ਆ, ਕੋਈ ਵੀ ਪੂਰਾ ਜ਼ਿਲ੍ਹਾ ਨਾਲ ਦੇ ਲੱਗਦੇ ਜ਼ਿਲ੍ਹੇ ਆ, ਤੁਸੀਂ ਮੀਡੀਆ 'ਚ ਦੇਖ ਰਹੇ ਹੋਣੇ ਆ ਕਿ ਕੋਈ ਵੀ ਉਹਨਾਂ ਨੂੰ ਇੱਥੇ ਲਿਆਉਣ ਦੇ ਹੱਕ ਵਿੱਚ ਨਹੀਂ ਹੈ। 200 ਦੇ ਕਰੀਬ ਜਿਹੜਾ ਗੱਦੇ ਆ ਇੱਥੇ ਤੁਹਾਨੂੰ ਜਿਹੜੇ ਪਹੁੰਚਦੇ ਕਰ ਦਿੱਤੇ ਆ। ਅਮੋਲ ਸਿੰਘ ਜੈਤੋ ਤੋਂ ਜਿਹੜੇ ਵਿਧਾਇਕ ਨੇ ਉਹਨਾਂ ਨੇ ਆ ਕੇ ਤੁਹਾਨੂੰ ਇਹ ਜਿਹੜੇ ਪ੍ਰੋਵਾਈਡ ਕਰਵਾਏ। ਕੀ ਮੰਨਦੇ ਹੋ ਇਸ ਤੋਂ ਸੰਤੁਸ਼ਟ ਹੈ ਕਿਤੇ ਨਾ ਕਿਤੇ ਤੁਸੀਂ ਹੜਤਾਲੀ ਮੁਲਾਜ਼ਮ? ਵੀ ਹਸਪੀਟਲ ਵੱਲੋਂ ਇਲਜ਼ਾਮ ਲਾਏ ਜਾ ਰਹੇ ਵੀਸੀ ਸਾਹਿਬ ਵੱਲੋਂ ਵੀ ਸਾਨੂੰ ਸਰਕਾਰ ਪੈਸੇ ਨਹੀਂ ਦੇ ਰਹੀ, ਅਸੀਂ ਗੱਦੇ ਕਿੱਥੋਂ ਲੈ ਲਈਏ। ਕੋਈ ਵੀ ਇਹ ਕੰਮ ਨਹੀਂ ਕਰਦੇ, ਇਹ ਮਤਲਬ ਆਪਣੀ ਮਰਜ਼ੀ ਨਾਲ ਕੰਮ ਕਰਦੇ ਆ ਬਿਨਾਂ ਇਜਾਜ਼ਤ ਤੋਂ ਸਰਕਾਰ ਦੇ। ਐਮਐਸ ਸਾਹਿਬ ਨੇ, ਪ੍ਰਿੰਸੀਪਲ ਸਾਹਿਬ ਨੇ, ਜੇ ਇਹਨਾਂ ਨੇ 2 ਰੁਪਏ ਦਾ ਪੈਨ ਵੀ ਖਰੀਦਣਾ ਨਾ ਜੀ, ਉਹਦੀ ਫਾਈਲ ਇਹਨਾਂ ਦੀ ਵੀਸੀ ਸਾਹਿਬ ਕੋਲ ਜਾਂਦੀ ਹੈ। ਜੇ ਉਹ ਸਾਈਨ ਕਰਦੇ ਤਾਂ ਪੈਨ ਲਿਆ ਜਾਂਦਾ, ਨਹੀਂ ਤਾਂ ਤੁਸੀਂ ਪੈਨ ਕੀ ਤੁਸੀਂ ਇੱਕ ਪੇਪਰ ਨਹੀਂ ਖਰੀਦ ਸਕਦੇ। ਵੀਸੀ ਦਾ ਹਰਾ ਪੈਨ ਨਹੀਂ ਚੱਲਦਾ। ਬਿਲਕੁਲ ਵੀਸੀ ਦਾ ਹਰਾ ਪੈਨ ਤੋਂ ਬਗੈਰ ਇੱਥੇ ਪੱਤਾ ਨਹੀਂ ਹਿੱਲ ਸਕਦਾ। ਜੇ ਤੁਸੀਂ ਘਾਹ ਵੀ ਕਟਵਾਉਣਾ ਨਾ, ਉਹ ਵੀਸੀ ਸਾਹਿਬ ਦੀ ਮਨਜ਼ੂਰੀ ਜਾਂਦੀ ਤਾਂ ਘਾਹ ਕੱਟਿਆ ਜਾਂਦਾ। ਕਿ ਤੁਸੀਂ ਉਹਨਾਂ ਦਾ ਅਸਤੀਫਾ ਨਾ ਮਨਜ਼ੂਰ ਕਰਕੇ ਬਹੁਤ ਅਨਿਆਏ ਕਰੋਗੇ ਫਰੀਦਕੋਟ ਵਾਸੀਆਂ ਵਾਸਤੇ, ਕਿਉਂਕਿ ਇਹ ਫਰੀਦਕੋਟ ਸ਼ਹਿਰ ਵਾਸਤੇ ਨਹੀਂ, ਇਹ 17 ਜ਼ਿਲ੍ਹਿਆਂ ਨੂੰ ਇਹ ਹੱਥ ਲੱਗਦਾ। ਤਾਂ ਅਸੀਂ ਖੜੇ ਹਾਂ ਅੱਜ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦੇ ਵਿੱਚ। ਹੜਤਾਲੀ ਮੁਲਾਜ਼ਮ ਹੈ ਜਿਹੜੇ ਉਹ ਤੁਹਾਨੂੰ ਦਿਖਾਉਣੇ ਆ, ਉਹ ਸਾਹਮਣੇ ਖੜੇ ਨੇ, ਕਿਉਂਕਿ ਪਿਛਲੇ ਦਿਨੀ ਜਦੋਂ ਚੇਤਨ ਸਿੰਘ ਜੌੜਾ ਮਾਜਰਾ ਸਿਹਤ ਮੰਤਰੀ ਇੱਥੇ ਆਉਂਦੇ ਆ, ਉਹਨਾਂ ਵੱਲੋਂ ਚੈੱਕਅਪ ਕੀਤੀ ਜਾਂਦੀ ਹੈ ਬਰੀਕੀ ਦੇ ਨਾਲ ਹਸਪਤਾਲ ਦੀ, ਤਾਂ ਲਾਸਟ ਤੇ ਜਾ ਕੇ ਬੜਾ ਵੱਡਾ ਇਸ਼ੂ ਬਣਦਾ ਜਦੋਂ ਜਿਹੜਾ ਵੀਸੀ ਨੂੰ ਇੱਕ ਗੱਦੇ ਤੇ ਲਟਾਇਆ ਜਾਂਦਾ ਹੈ। ਤਾਂ ਅੱਜ ਦੀ ਤੁਹਾਨੂੰ ਅਪਡੇਟ ਇਹ ਦੱਸਣ ਜਾ ਰਹੇ ਹਾਂ ਕਿ ਅੱਜ ਜਿਹੜਾ ਹੈਗਾ ਸਿਹਤ ਮੰਤਰੀ ਵੱਲੋਂ ਆਪਦੀ ਨੇਕ ਕਮਾਈ ਦੇ ਵਿੱਚੋਂ ਜਿਹੜਾ ਦੱਸਿਆ ਜਾ ਰਿਹਾ ਕਿ 200 ਦੇ ਕਰੀਬ ਜਿਹੜੇ ਗੱਦੇ ਨੇ ਇਸ ਹਸਪਤਾਲ ਨੂੰ ਜਿਹੜੇ ਪ੍ਰੋਵਾਈਡ ਕਰਾ ਦਿੱਤੇ ਨੇ। ਤਾਂ ਉਹਨਾਂ ਗੱਦਿਆਂ ਨੂੰ ਇੱਥੇ ਦੇਣ ਲਈ ਜਿਹੜੇ ਅਮੋਲਕ ਸਿੰਘ ਨੇ ਜੈਤੋ ਤੋਂ ਵਿਧਾਇਕ ਉਹ ਪਹੁੰਚੇ ਨੇ। ਹੜਤਾਲੀ ਮੁਲਾਜ਼ਮ ਹੈ, ਇਹਨਾਂ ਨਾਲ ਗੱਲਬਾਤ ਕਰਦੇ ਹਾਂ, ਕਿਉਂਕਿ ਪਿਛਲੇ ਜਿਹੜਾ 15 ਤੋਂ 18 ਦਿਨ ਦੇ ਕਰੀਬ ਦਾ ਸਮਾਂ ਹੋ ਗਿਆ ਇਹ ਲਗਾਤਾਰ ਬੈਠੇ ਆ ਵੀ ਇਹ ਸੰਤੁਸ਼ਟ ਹੈ ਕਿਤੇ ਨਾ ਕਿਤੇ। ਕੀ ਮੰਨਣਾ ਇਹਨਾਂ ਦਾ? ਇਹ ਦਿਨ ਚੇਤਨ ਸਿੰਘ ਜੌੜਾ ਮਾਜਰਾ ਪਹੁੰਚੇ ਸੀ ਤੇ ਬੜਾ ਬਰੀਕੀ ਦੇ ਨਾਲ ਸਾਰੇ ਹਸਪਤਾਲ ਦੀ ਉਹਨਾਂ ਨੇ ਜਾਂਚ ਕੀਤੀ ਸੀ। ਇੱਕ ਇਸ਼ੂ ਬਣਿਆ ਸੀ ਲਾਸਟ ਤੇ ਜਾ ਕੇ ਜਦੋਂ ਵੀਸੀ ਨੂੰ ਇੱਕ ਗੱਦੇ ਤੇ ਲਟਾਇਆ ਜਾਂਦਾ ਹੈ, ਉਸ ਨੂੰ ਉੱਲੀ ਲੱਗੀ ਸੀਗੀ। ਤੇ ਅੱਜ ਜਿਹੜਾ ਹੈਗਾ ਚੇਤਨ ਸਿੰਘ ਜੌੜਾ ਮਾਜਰਾ ਵੱਲੋਂ ਦੱਸਿਆ ਜਾ ਰਿਹਾ ਕਿ ਆਪਦੀ ਨੇਕ ਕਮਾਈ ਦੇ ਵਿੱਚੋਂ 200 ਦੇ ਕਰੀਬ ਜਿਹੜਾ ਗੱਦੇ ਹੈ ਇੱਥੇ ਤੁਹਾਨੂੰ ਜਿਹੜੇ ਪਹੁੰਚਦੇ ਕਰ ਦਿੱਤੇ ਹੈ। ਅਮੋਲ ਸਿੰਘ ਜੈਤੋ ਤੋਂ ਜਿਹੜੇ ਵਿਧਾਇਕ ਨੇ ਉਹਨਾਂ ਨੇ ਆ ਕੇ ਤੁਹਾਨੂੰ ਇਹ ਜਿਹੜੇ ਪ੍ਰੋਵਾਈਡ ਕਰਵਾਏ ਹੈ। ਕੀ ਮੰਨਦੇ ਹੋ ਇਸ ਤੋਂ ਸੰਤੁਸ਼ਟ ਹੈ ਕਿਤੇ ਨਾ ਕਿਤੇ ਤੁਸੀਂ ਹੜਤਾਲੀ ਮੁਲਾਜ਼ਮ? ਦੇਖੋ ਜੀ, ਜਿਹੜੇ ਆਪਣਾ ਗੱਦਿਆਂ ਦਾ ਮਸਲਾ ਸੀਗਾ ਵੀ ਹਸਪੀਟਲ ਵੱਲੋਂ ਇਲਜ਼ਾਮ ਲਾਏ ਜਾ ਰਹੇ ਵੀਸੀ ਸਾਹਿਬ ਵੱਲੋਂ ਹੀ ਵੀ ਸਾਨੂੰ ਸਰਕਾਰ ਪੈਸੇ ਨਹੀਂ ਦੇ ਰਹੀ, ਅਸੀਂ ਗੱਦੇ ਕਿੱਥੋਂ ਲੈ ਲਈਏ। ਮੈਂ ਹੁਣ ਤੁਹਾਨੂੰ ਇੱਕ ਗੱਲ ਕਰਦਾ ਵੀ ਇੱਥੇ ਆਪਾਂ ਦੇਖਦੇ ਹਾਂ ਕੋਈ ਵੀ ਬਿਲਡਿੰਗ ਖੜੀ ਕਰਦੇ ਆ, ਭਾਵੇਂ ਕਰੋੜ ਦੀ ਭਾਵੇਂ 10 ਕਰੋੜ ਦੀ ਹੈ, ਉਹ ਸਰਕਾਰ ਤੋਂ ਪੈਸੇ ਨਹੀਂ ਲਏ ਜਾਂਦੇ। ਇਹਨਾਂ ਕੋਲ ਸਰਕਾਰ, ਇਹਨਾਂ ਯੂਨੀਵਰਸਿਟੀ ਕੋਲ ਆਪਦਾ ਫੰਡ ਇਹਨਾਂ ਕੋਲ ਹੈਗਾ ਵੀ ਉਹ ਇਹ ਬਿਨਾਂ ਸਰਕਾਰ ਤੋਂ ਇਜਾਜ਼ਤ ਤੋਂ ਕੋਈ ਵੀ ਇਹ ਕੰਮ ਨਹੀਂ ਕਰਦੇ। ਇਹ ਮਤਲਬ ਆਪਣੀ ਮਰਜ਼ੀ ਨਾਲ ਕੰਮ ਕਰਦੇ ਆ ਬਿਨਾਂ ਇਜਾਜ਼ਤ ਤੋਂ ਸਰਕਾਰ ਦੀ। ਜਦੋਂ ਗੱਲ ਆ ਗਈ ਮੰਤਰੀ ਸਾਹਿਬ ਦੇ ਪਹੁੰਚਣ ਦੀ, ਜਦੋਂ ਇਹਨਾਂ ਨੂੰ ਯੂਨੀਵਰਸਿਟੀ ਜਿਹੜਾ ਮੈਨੇਜਮੈਂਟ ਆਪਦੀ ਮਰਜ਼ੀ ਨਾਲ ਕਰਦੀ ਉਹਨਾਂ ਦੀ ਗੱਲ ਕਰਦੇ। ਬਿਲਕੁਲ ਜੀ, ਯੂਨੀਵਰਸਿਟੀ ਮੈਨੇਜਮੈਂਟ ਆਪਦੀ ਮਰਜ਼ੀ ਨਾਲ ਫੈਸਲੇ ਲੈਂਦਾ। ਅੱਜ ਤੱਕ ਇਹਨਾਂ ਨੇ ਜਿੰਨੇ ਵੀ ਫੈਸਲੇ ਲਏ, ਚਾਹੇ ਉਹ 4 ਕਰੋੜ ਦੀ ਬਿਲਡਿੰਗ ਖੜੀ ਕਰਨੀ ਹੈ, ਉਹ ਕੀ ਇਹਦਾ ਵੀਸੀ ਹੁੰਦਾ ਫਿਰ? ਉਹਦਾ ਮੋਢੀ ਵੀਸੀ ਹੈ ਜੀ। ਬਿਲਕੁਲ ਜੀ, ਤੁਹਾਨੂੰ ਤੁਸੀਂ ਜਿੱਥੋਂ ਮਰਜ਼ੀ ਆਪਣਾ ਕਰਾ ਸਕਦੇ ਹੋ। ਐਮਐਸ ਨਹੀਂ ਹੁੰਦੇ ਕਿਤੇ ਨਾ ਕਿਤੇ ਇਨਵੋਲਵ? ਹੈਗਾ ਜੀ, ਐਮਐਸ ਸਾਹਿਬ ਨੇ, ਪ੍ਰਿੰਸੀਪਲ ਸਰ ਨੇ, ਜੇ ਇਹਨਾਂ ਨੇ 2 ਰੁਪਏ ਦਾ ਪੈਨ ਵੀ ਖਰੀਦਣਾ ਨਾ ਜੀ, ਉਹਦੀ ਫਾਈਲ ਇਹਨਾਂ ਦੀ ਵੀਸੀ ਸਾਹਿਬ ਕੋਲ ਜਾਂਦੀ ਹੈ। ਜੇ ਉਹ ਸਾਈਨ ਕਰਦੇ ਤਾਂ ਪੈਨ ਲਿਆ ਜਾਂਦਾ, ਨਹੀਂ ਤਾਂ ਤੁਸੀਂ ਪੈਨ ਕੀ ਤੁਸੀਂ ਇੱਕ ਪੇਪਰ ਨਹੀਂ ਖਰੀਦ ਸਕਦੇ। ਜਿੰਨੀ ਸਟੇਸ਼ਨਰੀ ਵੀਸੀ ਦਾ ਹਰਾ ਪੈਨ ਨਹੀਂ ਚੱਲਦਾ। ਬਿਲਕੁਲ ਵੀਸੀ ਦਾ ਹਰਾ ਪੈਨ ਤੋਂ ਬਗੈਰ ਇੱਥੇ ਪੱਤਾ ਨਹੀਂ ਹਿੱਲ ਸਕਦਾ ਜੀ। ਜੇ ਤੁਸੀਂ ਘਾਹ ਵੀ ਕਟਵਾਉਣਾ ਨਾ, ਉਹ ਵੀਸੀ ਸਾਹਿਬ ਦੀ ਮਨਜ਼ੂਰੀ ਜਾਂਦੀ ਤਾਂ ਘਾਹ ਕੱਟਿਆ ਜਾਂਦਾ। ਉਹ ਤੁਸੀਂ ਦੇਖ ਹੀ ਚੁੱਕੇ ਹੋ
ਮੰਤਰੀ ਸਾਹਿਬ ਜਦੋਂ ਆਏ ਸੀਗੇ ਉੱਥੇ ਇਸ਼ੂ ਖੜਾ ਕੀਤਾ ਵੀ ਤੁਸੀਂ ਹੜਤਾਲ ਤੇ ਬੈਠੇ 17 ਦਿਨਾਂ ਤੋਂ ਰੰਗ ਬਦਲ ਗਿਆ ਫਿਰ ਉਹ ਪੈਨ ਦਾ। ਮੈਂ ਤਾਂ ਕਹਿੰਦਾ ਜੀ ਰੰਗ ਤਾਂ ਪੈਨ ਦਾ ਬਦਲਿਆ ਨਹੀਂ ਕਹੂੰਗਾ, ਉਹ ਪੈਨ ਦਾ ਰੰਗ ਉੱਡ ਗਿਆ। ਕਿਉਂਕਿ ਇਹ ਜਿਹੜੀ ਇੱਥੇ ਤਾਨਾਸ਼ਾਹੀ ਰਵੱਈਆ ਇੱਥੇ ਵਰਤਿਆ ਜਾ ਰਿਹਾ ਸੀਗਾ ਸ਼ੁਰੂ ਤੋਂ ਲੈ ਕੇ ਹੁਣ 8 ਸਾਲਾਂ ਤੋਂ, ਵੀ ਕੋਈ ਵੀ ਮੁਲਾਜ਼ਮ ਇੱਥੇ ਖੁਸ਼ ਨਹੀਂ ਸੀਗਾ। ਚਾਹੇ ਉਹ ਮੁਲਾਜ਼ਮ ਧਰਨੇ ਤੇ ਬੈਠੇ ਆ, ਉਹ ਤਾਂ ਤੁਹਾਨੂੰ ਦੇਖ ਹੀ ਰਹੇ ਆ ਵੀ ਨਹੀਂ ਖੁਸ਼। ਜਿਹੜੇ ਮੁਲਾਜ਼ਮ ਡਿਊਟੀਆਂ ਕਰ ਰਹੇ ਆ ਜਾਂ ਡਾਕਟਰ ਡਿਊਟੀਆਂ ਕਰ ਰਹੇ ਆ ਉਹ ਵੀ ਖੁਸ਼ ਨਹੀਂ। ਤਾਂ ਖੁਸ਼ ਹੋਣਗੇ ਕਿਉਂਕਿ ਉਹਨਾਂ ਨੇ ਅਸਤੀਫਾ ਦਿੱਤਾ। ਉਹਨੇ ਮੈਂ ਤਾਂ ਅਸਤੀਫਾ ਵੀ ਜਿਹੜਾ ਮਨਜ਼ੂਰ ਕਰਾ ਕੇ ਰਹੂੰਗਾ, ਵਾਪਸ ਨਹੀਂ ਜਾਣਾ। ਹੁਣ ਤਾਂ ਖੁਸ਼ ਹੋਣਗੇ। ਦੇਖੋ ਇਹ ਚੀਜ਼ਾਂ ਤਾਂ ਸਾਨੂੰ ਨਾ ਵਿਸ਼ਵਾਸ ਨਹੀਂ ਆਉਂਦਾ। ਅਸਤੀਫਾ ਤਾਂ ਉਹਨਾਂ ਨੇ ਜ਼ਰੂਰ ਭੇਜਤਾ, ਪਰ ਉਹ ਪਿੱਛੇ ਸੀਐਮ ਸਾਹਿਬ ਦਾ ਜਿਹੜਾ ਬਿਆਨ ਆ ਰਿਹਾ ਵੀ ਅਸੀਂ ਮਨਾ ਰਹੇ ਹਾਂ, ਪਰ ਇਸ ਚੀਜ਼ ਦੀ ਅਸੀਂ ਬਹੁਤ ਸਾਰੇ ਮੁਲਾਜ਼ਮ ਬਹੁਤ ਦੁਖੀ ਹੈ ਇਸ ਚੀਜ਼ ਤੋਂ। ਵੀ ਇੱਕ ਪਾਸੇ ਤਾਂ ਵੀ ਮੁਲਾਜ਼ਮ ਸਾਰੇ ਜਥੇਬੰਦੀਆਂ, ਫਰੀਦਕੋਟ ਦੀਆਂ ਜਥੇਬੰਦੀਆਂ, ਕਿਸਾਨ ਜਥੇਬੰਦੀਆਂ ਜਿਹੜੇ ਪਿੱਟ ਕੇ ਕਹਿ ਰਹੀਆਂ ਸਰਕਾਰ ਨੂੰ ਭਾਈ ਵੀ ਇਹ ਬੰਦਾ ਸਹੀ ਨਹੀਂ ਹੈਗਾ ਤੇ ਇਹਨਾਂ ਦੇ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ ਵੀ ਹੈ। ਇਹ ਦੋਸ਼ ਇਕੱਲੇ ਜ਼ਬਾਨੀ ਨਹੀਂ ਗੇ, ਕਾਗਜ਼ੀ ਦੋਸ਼ ਹੈ, ਵੀ ਸਾਰਾ ਸਬੂਤ ਹੈ ਵੀ ਤੁਸੀਂ ਉਹਨਾਂ ਦਾ ਅਸਤੀਫਾ ਨਾਮਨਜ਼ੂਰ ਕਰਕੇ ਬਹੁਤ ਅਨਿਆਏ ਕਰੋਗੇ ਫਰੀਦਕੋਟ ਵਾਸੀਆਂ ਵਾਸਤੇ। ਕਿਉਂਕਿ ਇਹ ਫਰੀਦਕੋਟ ਸ਼ਹਿਰ ਵਾਸਤੇ ਨਹੀਂ, ਇਹ 17 ਜ਼ਿਲ੍ਹਿਆਂ ਨੂੰ ਇਹ ਹਫ਼ਤਾ ਲੱਗਦਾ। ਇੱਥੇ 17 ਜ਼ਿਲ੍ਹਿਆਂ ਦੇ ਲੋਕ ਇੱਥੋਂ ਇਲਾਜ ਕਰਾਉਣ ਆਉਂਦੇ ਆ, ਆਪਦਾ ਉਮੀਦ ਨਾਲ ਆਉਂਦੇ ਆ ਵੀ ਸਾਡੇ ਇੱਥੇ ਇਲਾਜ ਸਹੀ। ਉੱਪਰ ਜਦੋਂ ਇੱਥੇ ਆਉਂਦੇ ਆ ਉਹਨਾਂ ਨੂੰ ਗੱਦੇ ਇਹੋ ਜਿਹੇ ਮਿਲਦੇ ਆ ਵੀ ਇੱਕ ਬਿਮਾਰੀ ਲੈ ਕੇ ਆਉਂਦੇ 10 ਨਾਲ ਲੈ ਜਾਂਦੇ ਘਰੇ ਉਹ। ਤੇ ਇਸ ਕਰਕੇ ਵੀ ਅਸੀਂ ਤਾਂ ਪੰਜਾਬ ਸਰਕਾਰ ਨੂੰ ਇਹੀ ਅਪੀਲ ਕਰਾਂਗੇ ਪੁਰਜ਼ੋਰ ਪੂਰੇ ਸ਼ਹਿਰ ਜਥੇਬੰਦੀਆਂ ਵੱਲੋਂ। ਗੱਦੇ ਤਾਂ ਇੱਥੇ ਪਹੁੰਚ ਗਏ ਤੁਸੀਂ ਕਿ ਵੀ ਉਹ ਬਿਮਾਰੀ ਨਾਲ ਲੈ ਕੇ ਜਾਂਦੇ ਆ, ਤੇ ਫਿਰ ਹੁਣ ਜਿਹੜੀਆਂ ਦੂਜੀਆਂ ਇੱਥੇ ਕਿੰਨੀਆਂ ਬਿਮਾਰੀਆਂ ਜਿਹੜੇ ਤੁਹਾਡੇ ਹੈਗੇ ਇੱਥੇ ਜਿੰਨੇ ਬਾਥਰੂਮ ਬਣੇ ਆ ਜਾਂ ਹੋਰ ਹੈ ਜਿਹੜੇ ਮੰਤਰੀ ਨੇ ਉਹ ਵੀ ਮੀਡੀਆ ਦੇ ਸਾਹਮਣੇ ਲਿਆਂਦੇ ਆ, ਤੇ ਉਹਨਾਂ ਦੀਆਂ ਫਿਰ ਮੁਸ਼ਕਲਾਂ ਕਦੋਂ ਹੋਣਗੀਆਂ? ਮੈਂ ਤੁਹਾਨੂੰ ਸਫਾਈ ਬਾਰੇ ਵੀ ਇੱਕ ਚੀਜ਼ ਦੱਸਦਾ। ਇਹ ਵੀਸੀ ਸਾਹਿਬ 2014 ਵਿੱਚ ਆਏ ਸੀਗੇ। ਉਸ ਤੋਂ ਪਹਿਲਾਂ 6 ਸਾਲ ਪੁਰਾਣੇ ਵੀਸੀ ਸੀ ਡਾਕਟਰ ਸ਼ਵਿੰਦਰ ਸਿੰਘ ਗਿੱਲ, ਉਹਨਾਂ ਵੱਲੋਂ ਸੁਲਭ ਕੰਪਨੀ ਨੂੰ ਠੇਕਾ ਦਿੱਤਾ ਗਿਆ ਸਫਾਈ ਦਾ ਸਾਰੀ ਦਾ, ਉਹ ਜੋ ਕਿ ਪੂਰੇ ਭਾਰਤ ਦੇ ਵਿੱਚ ਸਾਰੇ ਅਦਾਰਿਆਂ ਦੇ ਉਹੀ ਸੰਭਾਲਦੀ ਹੈ। ਤੇ ਮੈਨੂੰ ਨਹੀਂ ਲੱਗਦਾ ਉਸ ਟਾਈਮ ਦੇ ਵਿੱਚ ਕਿਸੇ ਨੇ ਰੌਲਾ ਪਾਇਆ ਵੀ ਇੱਥੇ ਮੁਸ਼ਕ ਮਾਰਦਾ ਜੀ ਹਸਪੀਟਲ ਦੇ ਵਿੱਚ ਸਫਾਈ ਨਹੀਂ ਹੈਗੀ। ਇਹ ਵੀਸੀ ਸਾਹਿਬ ਨੇ ਆਉਂਦੇ ਸਾਰੀ ਉਹ ਠੇਕਾ ਕੈਂਸਲ ਕੀਤਾ। ਇਹ ਨਹੀਂ ਪਤਾ ਕਾਰਨ ਤੁਸੀਂ ਆਪ ਲੱਭ ਲਓ, ਤੁਹਾਡੀ ਮੀਡੀਆ ਨੂੰ ਜ਼ਿਆਦਾ ਨੌਲੇਜ। ਤੁਸੀਂ ਸੰਤੁਸ਼ਟ ਹੋ ਕਿਉਂਕਿ ਹੜਤਾਲ ਤਾਂ ਚੱਲੀ ਜਾਂਦੀ ਹੈ ਤੁਹਾਡੀਆਂ, ਹੋਰ ਵੀ ਜਿਹੜੇ ਤੁਸੀਂ ਦੱਸਦੇ ਆ ਅਸੀਂ ਮੰਗਾਂ, ਅਸੀਂ ਕਿਹਾ ਸੀ, ਤੁਸੀਂ ਕਿਹਾ ਮੰਗਾਂ ਨਹੀਂ, ਸਾਡੇ ਤਾਂ ਹੱਕ ਹੈ। ਉਹ ਹੱਕ ਮਿਲ ਗਏ ਹੁਣ ਜਦੋਂ, ਕਿਉਂਕਿ ਮੇਨ ਤੌਰ ਤੇ ਇਹ ਦੱਸਿਆ ਜਾ ਰਿਹਾ ਤੁਹਾਡੇ ਵੱਲੋਂ ਵੀਸੀ ਨੂੰ ਟਾਰਗੇਟ ਕੀਤਾ ਗਿਆ ਸੀ। ਦੇਖੋ ਅਸੀਂ ਜਦੋਂ ਧਰਨੇ ਤੇ ਬੈਠੇ ਸੀਗੇ ਨਾ ਤਾਂ ਸਾਡਾ ਟਾਰਗੇਟ ਉਦੋਂ ਵੀਸੀ ਸੀ ਜਾਂ ਕੁਝ ਹੋਰ ਸੀ, ਬਟ ਇਹ ਸੀਗਾ ਕਿ ਜਦੋਂ ਹੈਲਥ ਮਿਨਿਸਟਰ ਜੀ ਆਏ ਉਹਨਾਂ ਨੇ ਇਸ ਹਸਪੀਟਲ ਦਾ ਕੀਤਾ, ਰਾਊਂਡ ਕੀਤਾ, ਸਿਸਟਮ ਦੇਖਿਆ, ਗੱਦਾ ਤੇ ਇੱਕ ਇਸ਼ੂ ਬਣਾਇਆ ਗਿਆ। ਗੱਦੇ ਤਾਂ ਤੁਸੀਂ ਦੇਖੋ ਕਿ ਸਾਰੀਆਂ ਵਾਰਡ 'ਚ ਜਾ ਕੇ ਦੇਖੋ ਇਦਾਂ ਦੀ ਹਾਲਤ ਹੀ ਆ, ਕਿਉਂਕਿ ਜਦੋਂ ਦੇ ਮੈਡਮ ਇਹ ਕਿਹਾ ਜਾ ਰਿਹਾ ਹੈ ਕਿ ਉਸ ਜਿਹੜਾ ਗੱਦੇ ਨੂੰ ਜਿੱਥੇ ਵੀਸੀ ਨੂੰ ਲਟਾਇਆ ਗਿਆ ਸੀਗਾ ਉਹਨੂੰ ਤਾਂ ਲੋਕ ਲੱਗਿਆ ਸੀਗਾ, ਜਦੋਂ ਉਹ ਮੰਤਰੀ ਸਾਹਿਬ ਪਹੁੰਚਦੇ ਆ ਉਦੋਂ ਲੋਕ ਖੋਲ੍ਹਿਆ, ਉਦੋਂ ਜਾ ਕੇ ਵਿਖਾਇਆ ਗਿਆ ਹੈ ਕਿ ਉਹਨੂੰ ਛੱਡੋ। ਉਸ ਤੋਂ ਬਾਅਦ ਤੁਸੀਂ ਹੁਣ ਵੀ ਮੈਂ ਕਹਿੰਦੀ ਆ ਮੈਡੀਸਨ ਵਾਰਡ 'ਚ ਜਾ ਕੇ ਵੇਖੋ, ਤੁਸੀਂ ਸਰਜਰੀ ਵਾਰਡ 'ਚ ਜਾ ਕੇ ਦੇਖੋ, ਗੱਦੇ ਤੁਹਾਨੂੰ ਇਦਾਂ ਦੇ ਹੀ ਮਿਲਣਗੇ। ਤੁਸੀਂ ਇਹ ਸੋਚੋ ਜਦੋਂ ਇੱਕ ਪੇਸ਼ੈਂਟ ਆਉਂਦਾ ਆ ਸਭ ਤੋਂ ਪਹਿਲਾਂ ਉਹਨੂੰ ਇੱਕ ਬੈੱਡ ਤੇ ਲਿਟਾਇਆ ਜਾਂਦਾ ਆ। ਅਗਰ ਉਹ ਬੈੱਡ ਹੀ ਅੱਛਾ ਨਹੀਂ ਹੋਏਗਾ, ਜਿੰਨਾ ਉਹ ਗੱਦੇ 'ਚ ਤੁਸੀਂ ਦੇਖੀ ਆ ਇੰਨੀ ਇਨਫੈਕਸ਼ਨ ਹੈ, ਅਗਰ ਉਹ ਪੇਸ਼ੈਂਟ ਨੂੰ ਉੱਥੇ ਲਿਟਾਇਆ ਜਾਏਗਾ, ਕੀ ਗੱਲ ਉਹ ਠੀਕ ਹੋਣ ਲਈ ਆਇਆ ਪੇਸ਼ੈਂਟ, ਉਹ ਠੀਕ ਹੋਏਗਾ ਉਸ ਗੱਦੇ ਤੇ? ਮੈਨੂੰ ਲੱਗਦਾ ਕਿ ਉੱਥੇ ਹੋਰ ਵੀ ਜ਼ਿਆਦਾ ਇਨਫੈਕਸ਼ਨ ਹੋਏਗੀ। ਇਸ ਕਰਕੇ ਗੱਦਾ ਇੱਕ ਇਕੱਲਾ ਗੱਦਾ ਇਸ਼ੂ ਨਹੀਂ ਆ ਜਿੰਨਾ ਕਿ ਗੱਦੇ ਨੂੰ ਇੰਨਾ ਵੱਡਾ ਇਸ਼ੂ ਬਣਾ ਲਿਆ ਆ। ਇਸ਼ੂ ਹੈਗੀ ਆ ਇੱਥੋਂ ਦੀ ਮੈਨੇਜਮੈਂਟ, ਇੱਥੋਂ ਦਾ ਸਿਸਟਮ ਜਿਹਨੂੰ ਸੁਧਾਰਨ ਦੀ ਲੋੜ ਹੈ। ਕਿਉਂਕਿ 8 ਸਾਲ ਤੋਂ ਜਦੋਂ ਤੋਂ ਇੱਥੇ ਵੀਸੀ ਰਾਜ ਬਹਾਦਰ ਜੀ ਨੇ ਕੋਈ ਵੀ ਇੰਪਰੂਵਮੈਂਟ ਨਹੀਂ ਹੋਈ, ਕੋਈ ਇੰਪਰੂਵਮੈਂਟ ਨਹੀਂ ਕੀਤੀ ਗਈ। ਇੱਥੋਂ ਦੇ ਮਰੀਜ਼ਾਂ ਦੀ ਸਿਹਤ ਵੱਲ, ਸਹੂਲਤਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਅਗਰ ਦੇਖੋ ਮੈਂ ਕਹਿੰਦੀ ਆ ਕਿ 6 ਮਹੀਨੇ ਬਾਅਦ ਵੀ ਇੱਕ ਵਾਰਡ ਨੂੰ ਅਸੀਂ ਟਾਰਗੇਟ ਲੈ ਕੇ ਸਿਸਟਮ ਕਰਟਨਸ ਲਾਏ ਜਾਣ, ਕੂਲਰ ਲਾਏ ਜਾਣ ਪੇਸ਼ੈਂਟ ਵਾਸਤੇ, ਸਹੂਲਤ ਵਾਸਤੇ ਵਾਟਰ ਕੂਲਰ ਰੱਖੇ ਜਾਣ ਉਹਨਾਂ ਦੇ ਵਾਸਤੇ। ਤੁਹਾਡੀ ਗੱਲ ਕਰਦੇ ਜਿਹੜੇ ਤੁਸੀਂ ਆਪਦੇ ਹੱਕਾਂ ਦੀ ਗੱਲ ਕਰਦੇ ਆ, ਉਹ ਹੱਕ ਪੰਜਾਬ ਸਰਕਾਰ ਨਹੀਂ ਤੁਹਾਨੂੰ ਦੇ ਰਹੀ ਜਾਂ ਜਿਹੜਾ ਯੂਨੀਵਰਸਿਟੀ ਪ੍ਰਸ਼ਾਸਨ ਨਹੀਂ ਤੁਹਾਨੂੰ ਦੇ ਰਿਹਾ ਸੀ? ਦੇਖੋ ਮੈਂ ਪਹਿਲਾਂ ਵੀ ਵਿਕਾਸ ਜੀ ਨੇ ਕਿਹਾ ਕਿ ਯੂਨੀਵਰਸਿਟੀ ਆਟੋਨੋਮਸ ਬੋਡੀ ਹੈ, ਠੀਕ ਹੈ। ਪੰਜਾਬ ਗਵਰਨਮੈਂਟ ਦੇ ਜਿੰਨੇ ਰੂਲਸ ਨੇ ਉਹ ਸਾਡੇ ਤੇ ਅਪਲਾਈ ਹੁੰਦੇ ਨੇ, ਪਰ ਫਿਰ ਮੇਨ ਗੱਲ ਉੱਥੇ ਹੀ ਆਉਂਦੀ ਆ ਕਿ ਜਦੋਂ ਤਾਂ ਮੁਲਾਜ਼ਮ ਦੇ ਹੱਕਾਂ ਦੀ ਗੱਲ ਆਉਂਦੀ ਆ ਉਦੋਂ ਇਹ ਪੰਜਾਬ ਗਵਰਨਮੈਂਟ ਤੇ ਚੱਲ ਜਾਂਦੇ। ਜਦੋਂ ਸਾਡਾ ਨੁਕਸਾਨ ਕਰਨਾ ਉਦੋਂ ਵੀਸੀ ਸਰ ਆਪ ਕਰਦੇ ਸੀ। ਪਿੱਛੇ ਜੀ ਤੁਹਾਨੂੰ ਪਤਾ ਸਾਡੀ ਸਟ੍ਰਾਈਕ ਰਹੀ ਆ, ਪੰਜਾਬ ਗਵਰਨਮੈਂਟ ਨਰਸਿਸ ਦੀ ਸਟ੍ਰਾਈਕ ਰਹੀ ਆ, ਵੀਸੀ ਰਾਜ ਬਹਾਦਰ ਵੱਲੋਂ ਸਾਡੀ 3 ਮਹੀਨੇ ਦੀ ਪੇ ਜਿਹੜੀ ਆ ਉਹ ਰੋਕੀ ਗਈ ਆ। ਜਦੋਂ ਕਿ ਮੁਲਾਜ਼ਮ ਤੁਹਾਨੂੰ ਪਤਾ ਹੈਂਡ ਟੂ ਮਾਊਥ ਹੁੰਦੇ ਆ ਜੀ, ਬਹੁਤ ਸਾਰੇ ਮੁਲਾਜ਼ਮ ਇੱਦਾਂ ਆ ਜਿਹੜੇ ਕਿ ਪੇ ਦੇ ਸਿਰ ਤੇ ਆ, ਪਰ ਇਹਨਾਂ ਵੱਲੋਂ ਮਤਲਬ ਅੜੀਅਲ ਵਤੀਰੇ ਦੇ ਕਾਰਨ ਅਸੀਂ ਬਹੁਤ ਵਾਰੀ ਇਹਨਾਂ ਨੂੰ ਰਿਕੁਐਸਟ ਕੀਤੀ, ਕਿਉਂਕਿ ਪੂਰੇ ਪੰਜਾਬ 'ਚ ਕਿਸੇ ਦੀ ਪੇ ਨਹੀਂ ਰੋਕੀ ਗਈ। ਈਵਨ ਅਸੀਂ ਇਹਨਾਂ ਨੂੰ ਲੈਟਰਸ ਵੀ ਮੰਗਵਾ ਕੇ ਦਿੱਤੀਆਂ, ਬਟ ਵੀਸੀ ਸਰ ਤਾਂ ਅੜੇ ਸੀ ਕਿ ਮੈਂ ਇਹਨਾਂ ਦੀ ਸੈਲਰੀ ਨਹੀਂ ਪਾਉਣੀ। ਮਤਲਬ ਇੱਕ ਤਰ੍ਹਾਂ ਦਾ ਤੰਗ ਹੀ ਕਰਨਾ ਸੀਗਾ ਜੀ, ਉਹ ਮੁਲਾਜ਼ਮਾਂ ਨੂੰ ਤੰਗ ਕਰਨਾ ਇਹਨਾਂ ਦੀ ਜਿਵੇਂ ਡਿਊਟੀ ਆ ਜੀ। ਇੱਥੇ
ਸਾਨੂੰ ਮੈਂ ਫਿਰ ਉਹੀ ਗੱਲ ਕਹਿੰਦੀ ਸਾਰੇ ਮੁਲਾਜ਼ਮਾਂ ਨਾਲ ਕਿ ਸਾਨੂੰ ਇਦਾਂ ਦੇ ਭ੍ਰਿਸ਼ਟ ਵੀਸੀ ਨਹੀਂ ਚਾਹੀਦੇ। ਹੜਤਾਲ ਹੁਣ ਤਾਂ ਖਤਮ ਕਰ ਦਿਓ, ਵੀਸੀ ਤਾਂ ਚੱਲ ਗਏ, ਉਹ ਤਾਂ ਕਹਿੰਦੇ ਆਉਣਾ ਹੀ ਨਹੀਂ, ਮੈਂ ਹੁਣ ਤਾਂ ਕਰ ਦਿਓ ਖਤਮ ਫਿਰ। ਆਉਣ ਦਾ ਨਾ ਆਉਣ ਦਾ ਸਵਾਲ ਮੈਨੂੰ ਨਹੀਂ ਲੱਗਦਾ ਕੁਛ ਹੈਗਾ, ਆਉਣਾ ਵੀ ਨਹੀਂ ਚਾਹੀਦਾ ਉਹਨਾਂ ਨੂੰ। ਦੇਖੋ ਜਿੰਨੀ ਇੱਥੇ ਭ੍ਰਿਸ਼ਟਾਚਾਰੀ ਕੀਤੀ ਹੋਈ ਆ, ਕੋਈ ਵੀ ਪੂਰਾ ਜ਼ਿਲ੍ਹਾ ਨਾਲ ਦੇ ਲੱਗਦੇ ਜ਼ਿਲ੍ਹੇ ਆ, ਤੁਸੀਂ ਮੀਡੀਆ 'ਚ ਦੇਖ ਰਹੇ ਹੋਣੇ ਆ ਕਿ ਕੋਈ ਵੀ ਉਹਨਾਂ ਨੂੰ ਇੱਥੇ ਲਿਆਉਣ ਦੇ ਹੱਕ ਵਿੱਚ ਨਹੀਂ ਹੈਗੇ। ਅਸੀਂ ਮੁਲਾਜ਼ਮ ਤਾਂ ਬਿਲਕੁਲ ਨਹੀਂ ਹੈਗੇ, ਅਸੀਂ ਤਾਂ ਰੀਅਲੀ ਬਹੁਤ ਸਾਰੇ ਖੁਸ਼ ਆ ਕਿ ਉਹ ਨਹੀਂ ਆ ਰਹੇ। ਉਸ ਤੋਂ ਬਾਅਦ ਇਹ ਆ ਕਿ ਜਿਹੜਾ ਵੀ ਕੋਈ ਸਾਡੇ ਨਵਾਂ ਵੀਸੀ ਆਉਣਗੇ ਉਹ ਅਸੀਂ ਉਹਨਾਂ ਅੱਗੇ ਆਪਣੇ ਸਾਰੇ ਜਿਹੜੇ ਇਹਨਾਂ ਨੇ 8 ਸਾਲ ਤੋਂ ਸਾਡੇ ਹੱਕ ਸਾਡੇ ਮਾਰੇ ਹੋਏ ਆ, ਅਸੀਂ ਉਹਨਾਂ ਅੱਗੇ ਰੱਖਾਂਗੇ ਔਰ ਮੈਨੂੰ ਲੱਗਦਾ ਕਿ ਉਹ ਪੂਰੇ ਵੀ ਹੋਣਗੇ। ਇਹਨਾਂ ਨੇ ਕਿਹਾ ਜੀ ਜੇ ਨਵੇਂ ਵੀਸੀ ਆਉਣਗੇ ਉਹਨਾਂ ਦੇ ਸਾਹਮਣੇ ਹੱਕ ਰੱਖਾਂਗੇ। ਬੜਾ ਲੰਬਾ ਪ੍ਰੋਸੈਸ ਹੋ ਜਾਣਾ ਉਹ ਤਾਂ ਜੀ, ਆਉਣਗੇ ਕਿਉਂਕਿ ਸੈਂਟਰ ਸਰਕਾਰ ਵੱਲੋਂ ਕਮੇਟੀ ਬਣੂਗੀ, ਉਹਨਾਂ ਵੱਲੋਂ ਜਿਹੜਾ ਐਡਜਸਟ ਕੀਤਾ ਜਾਵੇਗਾ ਕਿਹਨੂੰ ਵੀਸੀ ਇੱਥੇ ਜਿਹੜਾ ਲਾਉਣਾ ਹੈ। ਠੀਕ ਹੈ, ਬਣੀ ਹੋਈ ਆ ਜੀ, ਚਲੋ ਕਮੇਟੀ ਵੀ ਬਣੀ ਹੋਈ, ਫਿਰ ਵੀ ਅਕਸਰ ਕਾਗਜ਼ੀ ਪ੍ਰੋਸੈਸ ਤਾਂ ਜਿਹੜਾ ਲਗਾਤਾਰ ਲੰਬਾ ਹੁੰਦਾ ਹੈ। ਤੇ ਪਰ ਤੁਹਾਡੀ ਮੈਂ ਗੱਲ ਕਰਦਾ ਵੀ ਤੁਹਾਡੀ ਹੜਤਾਲ ਜਾਰੀ ਰਹੂਗੀ ਉਹਨਾਂ ਟਾਈਮ? ਸਰ ਦੇਖੋ, ਮੈਂ ਤੁਹਾਨੂੰ ਇੱਕ ਗੱਲ ਸਪਸ਼ਟ ਕਰਨਾ ਚਾਹੁੰਦਾ ਕਿ ਜਿਹੜੇ ਮੁਲਾਜ਼ਮਾਂ ਦੇ ਆਪਾਂ ਮੰਗਾਂ ਦੀ ਹੱਕਾਂ ਦੀ ਗੱਲ ਕਰ ਰਹੇ ਹਾਂ, ਸਰਕਾਰ ਵੱਲੋਂ ਆਲਰੇਡੀ ਡਿਸਾਈਡਡ ਨੇ, ਸਿਰਫ ਇਹ ਡਾਕਟਰ ਰਾਜ ਬਹਾਦਰ ਨੇ ਰੋਕੇ ਨੇ। ਉਹਨਾਂ ਵਿੱਚੋਂ ਇੱਕ ਜਿਹੜੀ ਹੈਗੀ ਆ, ਜਿਹੜੀ ਬੋਰਡ ਆਫ ਮੈਨੇਜਮੈਂਟ ਵੱਲੋਂ 37ਵੀਂ ਮੀਟਿੰਗ ਦੇ ਵਿੱਚ ਮਨਜ਼ੂਰ ਕਰ ਦਿੱਤੇ ਗਏ ਸੀ 2012 ਚ ਸਕੇਲ, ਇਹ ਡਾਕਟਰ ਰਾਜ ਬਹਾਦਰ ਨੇ ਉਹ ਪੂਰੇ 8 ਸਾਲ ਜਿੰਨਾ ਚਿਰ ਆਪਦੀ ਸੀਟ ਤੇ ਰਹੇ ਉਹ ਰੋਕ ਰੱਖੇ। ਯੂਨੀਅਨ ਦੇ ਪ੍ਰੈਸ਼ਰ ਦੇ ਵਿੱਚ 11 ਸਾਲਾਂ ਬਾਅਦ ਉਹ ਮੁਲਾਜ਼ਮਾਂ ਨੂੰ ਹੱਕ ਮਿਲਿਆ। ਉਹ ਲੈਟਰ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਸਕਦੇ ਹਾਂ। ਇਹ ਡਾਕਟਰ ਰਾਜ ਬਹਾਦਰ ਖੁਦ ਮੁਲਾਜ਼ਮਾਂ ਦੇ ਹੱਕ ਰੋਕਦੇ ਨੇ। ਸਰਕਾਰ ਵੱਲੋਂ ਕੋਈ ਕਮੇਟੀ ਦੀ ਲੋੜ ਨਹੀਂ, ਸਰਕਾਰ ਵੱਲੋਂ ਪੂਰੀ ਇਹ ਤਰ੍ਹਾਂ ਨਾਲ ਆਟੋਨੋਮਸ ਬੋਡੀ ਆ। ਰੈਗੂਲਰ ਮੁਲਾਜ਼ਮਾਂ ਦਾ NPS ਦੇ ਵਿੱਚ ਇਹਨਾਂ ਨੇ ਘਪਲਾ ਕੀਤਾ ਹੋਇਆ। ਸਰਕਾਰ ਵੱਲੋਂ ਸਖਤ ਹਦਾਇਤਾਂ ਨੇ ਕਿ ਪਹਿਲੇ ਇੱਕ ਹਫ਼ਤੇ ਦੇ ਵਿੱਚ ਜਿਹੜਾ ਉਹ ਮੁਲਾਜ਼ਮਾਂ ਦੇ ਖਾਤੇ 'ਚ ਪੈ ਜਾਣਾ ਚਾਹੀਦਾ। ਇਹਨਾਂ ਨੇ ਪੂਰੇ 10 ਸਾਲ ਤੱਕ 12 ਸਾਲ ਤੱਕ ਮੁਲਾਜ਼ਮਾਂ ਦਾ NPS ਆਪਦੇ ਕੋਲੇ ਘਪਲੇਬਾਜ਼ੀ ਦੇ ਵਿੱਚ ਰੱਖ ਛੱਡਿਆ। ਇਸ ਕਰਕੇ ਜੇ ਕੋਈ ਸਾਡੀ ਮੰਗ ਇਹ ਹੈ ਕਿ ਇੱਥੇ ਸੁਧਾਰ ਕੀਤਾ ਜਾਵੇ। ਸੁਧਾਰ ਕੀਤਾ ਜਾਊਗਾ ਤਾਂ ਸਾਡੇ ਮੰਗਾਂ ਜਿਹੜੀਆਂ ਆਟੋਮੈਟਿਕਲੀ ਪੂਰੀਆਂ ਹੋ ਜਾਣਗੀਆਂ। ਇੱਥੇ ਲੋਕਾਂ ਦੇ ਜਿਹੜੇ ਹੱਕ ਰੋਕੇ ਜਾਂਦੇ ਨੇ। ਕੰਟਰੈਕਟ ਮੁਲਾਜ਼ਮਾਂ ਦੀ ਤਨਖਾਹ ਇਹ ਵਾਈਸ ਚਾਂਸਲਰ ਧੱਕੇ ਨਾਲ ਘਟਾ ਰਿਹਾ। ਇੱਥੇ AC ਸਿਸਟਮ ਆਪਰੇਟਰ ਸੀ, ਉਹਨਾਂ ਦੀ ਤਨਖਾਹ ਅੱਧ ਤੋਂ ਵੀ ਘੱਟ ਕਰ ਦਿੱਤੀ ਗਈ। ਲਾਂਡਰੀ ਸੁਪਰਵਾਈਜ਼ਰ ਦੀ ਤਨਖਾਹ ਅੱਧੀ ਕਰ ਦਿੱਤੀ ਗਈ, ਜਿਸ ਕਰਕੇ ਜਿਹੜੇ ਮੁਲਾਜ਼ਮ ਦੁਖੀ ਹੋ ਗਏ, ਇੱਥੋਂ ਨੌਕਰੀਆਂ ਵੀ ਛੱਡ ਕੇ ਚਲੇ ਗਏ। ਸਾਡੀ ਮੰਗ ਆ ਕਿ ਮੁਲਾਜ਼ਮ ਪੂਰੇ ਕਰੋ। ਮੁਲਾਜ਼ਮ ਪੂਰੇ ਕਰਨ ਲੱਗਿਆਂ ਕੋਈ ਸਮਾਂ ਨਹੀਂ ਲੱਗਦਾ। ਹੁਣ ਤੁਸੀਂ ਦੇਖੋ, ਜੇ ਇੱਥੇ ਮੰਤਰੀ ਜੋੜੇ ਮਾਜਰਾ ਜੀ ਆਏ, ਉਹਨਾਂ ਨੇ ਇੱਥੇ ਕੀਤਾ, ਗੱਦੇ ਵਾਲਾ ਇਸ਼ੂ ਬਣਿਆ। ਇਹੀ ਵਾਈਸ ਚਾਂਸਲਰ ਕਹਿ ਰਹੇ ਆ ਕਿ 9 ਮਹੀਨੇ ਲੱਗਦੇ ਨੇ। ਹੁਣ ਉਹੀ ਗੱਦਿਆਂ ਦਾ ਇਹਨਾਂ ਤੋਂ ਬਾਅਦ ਜਿਹੜਾ 500 ਗੱਦਿਆਂ ਦਾ ਤਕਰੀਬਨ ਆਰਡਰ ਕਰ ਦਿੱਤਾ ਗਿਆ। ਕੁੱਲ ਮਿਲਾ ਕੇ ਤੁਸੀਂ ਇੱਕ ਮਿੰਟ, ਤੁਸੀਂ ਜਿਹੜੀ ਗੱਦਿਆਂ ਦੀ ਗੱਲ ਕੀਤੀ ਹੈ, ਗੱਦੇ ਇੱਥੇ ਪਹੁੰਚੇ ਹੈ, ਅੱਜ ਵੀ ਜਿਹੜੇ ਗੱਦੇ ਇਹ ਦੱਸਿਆ ਜਾ ਰਿਹਾ, ਤੁਸੀਂ ਖੁਦ ਦੱਸਿਆ ਹੈ ਕਿ ਜਿਹੜਾ ਚੇਤਨ ਸਿੰਘ ਜੋੜਾ ਮਾਜਰਾ ਹੈ, ਵਿਧਾਇਕ ਸਾਹਿਬ ਵੀ ਕਹਿੰਦੇ ਸੀ ਉਹਨਾਂ ਨੇ ਆਪਦੀ ਨੇਕ ਕਮਾਈ ਤੋਂ ਭੇਜੀ ਹੈ। ਅੱਜ ਚੇਤਨ ਸਿੰਘ ਜੋੜਾ ਮਾਜਰਾ ਨੂੰ ਆਪਦੀ ਨੇਕ ਕਮਾਈ ਤੋਂ ਗੱਦੇ ਭੇਜਣੇ ਪੈਂਦੇ ਹੈ, ਕਿਉਂਕਿ ਉਹ ਇੱਥੇ ਖੁਦ ਮਹਿਸੂਸ ਕਰਕੇ ਗਏ ਹੈ ਵੀ ਕੀ ਇਹਦੇ ਹਾਲਾਤ ਨੇ। ਠੀਕ ਹੈ, ਤੇ ਫਿਰ ਪੰਜਾਬ ਸਰਕਾਰ ਤੋਂ ਮੰਨਦੇ ਹੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਸੁਧਾਰ ਹੋ ਸਕਦਾ, ਕਿਉਂਕਿ ਜੇਕਰ ਪੰਜਾਬ ਸਰਕਾਰ ਨੇ ਇਸ਼ੂ ਜਿਹੜੇ ਪੂਰੇ ਕਰਨੇ ਸੀ, ਅੱਜ ਗੱਦੇ ਵੀ ਹੋ ਸਕਦਾ ਪੰਜਾਬ ਸਰਕਾਰ ਆਪਦੇ ਕੋਟੇ ਤੋਂ ਭੇਜ ਦਿੰਦੀ ਇੱਥੇ। ਦੇਖੋ ਜਿਹੜੀ ਇਹ ਸੰਸਥਾ ਇਹਦੇ ਸਿਰਫ ਫੈਸਲੇ ਲੈਣ ਦੀ ਘਾਟ ਸੀ ਪ੍ਰਬੰਧਕ ਵੱਲੋਂ। ਸਾਰੇ ਜਿਹੜੇ ਇੱਥੇ ਬਜਟ ਹੈਗੇ ਨੇ, ਫੰਡਸ ਅਵੇਲੇਬਲ ਨੇ। ਜੇਕਰ ਕਿਸੇ ਚੀਜ਼ ਦੀ ਕਮੀ ਹੈ ਸਰਕਾਰ ਤੋਂ ਮੰਗ ਲੈਣ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇੱਥੇ ਜਿਹੜੀ ਯੂਨੀਵਰਸਿਟੀ ਹੈ ਗ੍ਰਾਂਟਾਂ ਨਾਲ ਚੱਲਦੀ ਹੈ, ਇਕੱਲੇ ਬਜਟ ਨਾਲ ਨਹੀਂ। ਸੈਂਟਰ ਵੱਲੋਂ ਵੀ ਬਹੁਤ ਸਾਰੀਆਂ ਗ੍ਰਾਂਟਾਂ ਆਉਂਦੀਆਂ ਨੇ, ਜੇ ਉਹਦੇ ਲਈ ਪ੍ਰੋਜੈਕਟ ਬਣਾ ਕੇ ਭੇਜਣੇ ਪੈਂਦੇ ਨੇ। ਇਸ ਵਾਈਸ ਚਾਂਸਲਰ ਵੱਲੋਂ ਕੋਈ ਐਡੇ ਖਾਸ ਪ੍ਰੋਜੈਕਟ ਨਹੀਂ ਬਣਾ ਕੇ ਭੇਜੇ ਗਏ। ਪਹਿਲੇ ਸਮੇਂ 'ਚ ਤੁਸੀਂ ਰਿਕਾਰਡ ਪਤਾ ਕਰੋ ਕਿੰਨੀਆਂ ਸੈਂਟਰ ਗ੍ਰਾਂਟਾਂ ਆਈਆਂ। ਗੱਲ ਇੱਥੇ ਹੀ ਆ ਕਿ ਕਿਸੇ ਚੀਜ਼ ਦੀ ਕਮੀ ਨਹੀਂ, ਇੱਛਾ ਦੀ ਕਮੀ ਆ, ਜਿਹੜੀ ਕਿ ਮੰਤਰੀ ਸਾਹਿਬ ਨੇ ਇਹਨਾਂ ਨੂੰ ਅਹਿਸਾਸ ਕਰਾਇਆ ਕਿ ਤੁਸੀਂ ਆਪਦੀ ਜ਼ਿੰਮੇਵਾਰੀ ਸਹੀ ਤਰ੍ਹਾਂ ਨਾਲ ਨਹੀਂ ਨਿਭਾਈ। ਜੇ ਇਹ ਕੋਈ ਵੀ ਇੱਥੇ ਸਾਡੀ ਸਰਕਾਰ ਨੂੰ ਮੰਗ ਆ ਕਿ ਇਮਾਨਦਾਰ ਜਿਹੜਾ ਇੱਕ ਪ੍ਰਬੰਧਕ ਲਾਓ ਇੱਥੇ। ਤੇ ਇਹ ਜਿਹੜਾ ਹੈਗਾ, ਇਹ ਪ੍ਰਬੰਧਕ ਸੀਗਾ ਜਿਹੜਾ, ਇਹਨੇ ਆਪਦੀ ਇੱਕ ਟੀਮ ਬਣਾਈ ਹੋਈ ਸੀਗੀ ਰਿਟਾਇਰੀ ਭ੍ਰਿਸ਼ਟ ਅਧਿਕਾਰੀਆਂ ਦੀ ਨਾਲ ਲਾ ਕੇ। ਅਸੀਂ ਉਹ ਸਾਡੀ ਮੇਨ ਮੰਗ ਆ ਕਿ ਇੱਥੇ ਕੋਈ ਵੀ ਰਿਟਾਇਰੀ ਜੋ ਕਿ ਪੰਜਾਬ ਸਰਕਾਰ ਦੇ ਰੂਲਾਂ ਦੇ ਮੁਤਾਬਕ ਨਹੀਂ ਲੱਗ ਸਕਦਾ। ਇੱਥੇ ਸਿਰਫ ਇਹੀ ਹੈ ਕਿ ਜਿਹੜੇ ਬਣੇ ਹੋਏ ਰੂਲ ਨੇ ਉਹ ਸਹੀ ਇੰਪਲੀਮੈਂਟ ਕੀਤੇ ਜਾਣ, ਹੋਰ ਕੋਈ ਰੌਲਾ ਨਹੀਂ ਗਾ। ਜੇ ਰੂਲ ਇੰਪਲੀਮੈਂਟ ਹੋ ਜਾਂਦੇ ਨੇ ਤਾਂ ਕਿਸੇ ਨੂੰ ਪ੍ਰੋਬਲਮ ਨਹੀਂ, ਨਾ ਮੁਲਾਜ਼ਮਾਂ ਨੂੰ, ਨਾ ਇੱਥੋਂ ਦੇ ਜਿਹੜੇ ਮਰੀਜ਼ ਆਉਂਦੇ ਨੇ, ਸਭ ਕੁਝ ਹੋ ਜਾਏਗਾ। ਸਿਰਫ ਇੱਛਾ ਹੋਣੀ ਚਾਹੀਦੀ ਹੈ। ਮੈਡਮ ਸੰਤੁਸ਼ਟ ਹੋ ਹੜਤਾਲ ਵਾਲੇ ਮੁਲਾਜ਼ਮ ਤੁਸੀਂ ਅਜੇ ਇੱਥੇ ਪਹੁੰਚੇ ਹੋ, ਕਿਉਂਕਿ ਜਦੋਂ ਇੱਥੇ ਗੱਦੇ ਪਹੁੰਚਦੇ ਆ ਕਿਤੇ ਨਾ ਕਿਤੇ ਤਾਂ ਤੁਹਾਨੂੰ ਇਹ ਸੰਤੁਸ਼ਟੀ ਹੋਣੀ ਹੈ, ਕਿਉਂਕਿ ਜਿਹੜਾ ਪ੍ਰੋਸੈਸ ਤਾਂ ਸ਼ੁਰੂ ਹੋ ਗਿਆ ਹਸਪਤਾਲ ਦੇ ਸੁਧਾਰ ਦਾ ਇੱਕ ਵਾਰੀ, ਤੇ ਹੌਲੀ ਹੌਲੀ ਜਿਹੜਾ ਹੈਗਾ ਨਵੇਂ VC ਵੀ ਜੇ ਆਉਣਗੇ ਤਾਂ ਤੁਹਾਡੀਆਂ ਜਿਹੜੀਆਂ ਮੰਗਾਂ ਜਾਂ ਤੁਹਾਡੇ ਹੱਕ ਹੈ ਉਹਨਾਂ ਦਾ ਵੀ ਤੁਹਾਨੂੰ ਹੋ ਸਕਦਾ ਇਨਸਾਫ ਮਿਲ ਜੇ। ਤੁਹਾਡੀ ਜਿਹੜੀ ਹੜਤਾਲ ਹੈ ਤੁਸੀਂ ਖਤਮ ਕਰੋ, ਕਿਉਂਕਿ ਲਗਾਤਾਰ ਇੱਥੇ ਬੈਠਣਾ ਪੈ ਰਿਹਾ 17 ਦਿਨ ਤੋਂ ਤੁਹਾਨੂੰ। ਸਰ ਖੁਸ਼ ਜਿਹੜੀ ਤੁਸੀਂ ਗੱਲ ਪੁੱਛੀ ਆ, ਖੁਸ਼ ਅਸੀਂ ਹੈਗੇ ਆ ਕਿਉਂਕਿ ਸਾਡੇ ਹੈਲਥ ਮਿਨਿਸਟਰ ਨੇ ਸਾਡਾ ਪੂਰੇ ਨਹੀਂ
ਪੂਰੇ ਨਹੀਂ, ਪੂਰੇ ਜਿਸ ਦਿਨ ਸਾਡੇ ਰਾਈਟਸ ਸਾਨੂੰ ਮਿਲ ਜਾਣਗੇ, ਮਰੀਜ਼ਾਂ ਨੂੰ ਪੂਰੇ ਉਹਨਾਂ ਦੇ ਰਾਈਟਸ ਮਿਲਣਗੇ, ਉਹਨਾਂ ਨੂੰ ਪੂਰੀਆਂ ਸਹੂਲਤਾਂ ਮਿਲਣਗੀਆਂ, ਉਸ ਦਿਨ ਅਸੀਂ ਪੂਰੇ ਖੁਸ਼ ਹੋਵਾਂਗੇ। ਵੀਸੀ ਸਰ ਜਿਹੜੇ ਆ ਇਹ ਇੱਥੋਂ ਜਾਣਗੇ, ਨਵੇਂ ਵੀਸੀ ਜਿਹੜੇ ਵੀ ਆਣਗੇ ਨਵੇਂ ਪ੍ਰਬੰਧ ਲਿਆਉਣਗੇ ਮਰੀਜ਼ਾਂ ਲਈ, ਸਟਾਫ ਲਈ, ਨਵੇਂ ਇੰਪਲਾਈਜ਼ ਲਈ, ਤੇ ਉਦੋਂ ਅਸੀਂ ਪੂਰੇ ਖੁਸ਼ ਹੋਵਾਂਗੇ। ਫਿਲਹਾਲ ਸਾਨੂੰ ਇੰਨੀ ਉਮੀਦ ਸ਼ੁਰੂ ਹੋ ਗਈ ਹੈ ਕਿ ਸਾਡੇ ਜਿਵੇਂ ਹੁਣ ਹੈਲਥ ਮਿਨਿਸਟਰ ਨੇ ਸਾਨੂੰ 200 ਗੱਦੇ ਭੇਜੇ ਆ, ਇੱਕ ਨਵੀਂ ਧੰਨਵਾਦੀ ਹੋ ਤੁਸੀਂ ਨੇ ਕਿਤੇ। ਹਾਂਜੀ ਜੀ, ਮੈਂ ਆਪਣੇ ਪੂਰੇ ਸਟਾਫ ਵੱਲੋਂ ਉਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ ਕਿ ਇੰਨੇ ਬਾਰਿਸ਼ ਵਾਲੇ ਮੌਸਮ ਵਿੱਚ ਵੀ ਉਹਨਾਂ ਨੇ ਅੱਜ ਦਾ ਦਿਨ ਦਿੱਤਾ ਸੀ ਤੇ ਪੂਰੇ ਉਸੇ ਟਾਈਮ 'ਚ ਗੱਦੇ ਪਹੁੰਚਾਏ ਆ। ਬਹੁਤ ਧੰਨਵਾਦ। ਤਾਂ ਇਹ ਜਿਹੜੇ ਲਗਾਤਾਰ ਪਿਛਲੇ ਆਪਦੇ ਹੱਕਾਂ ਨੂੰ ਲੈ ਕੇ ਇਹਨਾਂ ਦਾ ਮੰਨਣਾ ਕਿ ਸਾਡੇ ਹੱਕ ਸੀਗੇ ਜਿਹੜੇ ਸਾਨੂੰ ਮਿਲ ਨਹੀਂ ਰਹੇ ਸੀ, ਉਸ ਨੂੰ ਲੈ ਕੇ ਜਿਹੜਾ ਸਾਡੇ ਵੱਲੋਂ ਜਿਹੜਾ ਪ੍ਰਦਰਸ਼ਨ ਜਿਹੜਾ ਇੱਥੇ ਲਗਾਤਾਰ ਚੱਲਦਾ ਸੀਗਾ, ਤੇ ਅੱਜ ਕਿਤੇ ਨਾ ਕਿਤੇ ਸੰਤੁਸ਼ਟ ਦਿਖਾਈ ਦੇ ਰਹੇ ਨੇ। ਕਿਉਂਕਿ ਚੇਤਨ ਸਿੰਘ ਜੌੜਾ ਮਾਜਰਾ ਨੇ ਖੁਦ ਆਪਦੀ ਜਿਹੜੀ ਨੇਕ ਕਮਾਈ ਚੋਂ ਸਭ ਤੋਂ ਵੱਡਾ ਜਿਹੜਾ ਇਸ਼ੂ ਬਣਿਆ ਸੀ ਗੱਦਿਆਂ ਨੂੰ ਲੈ ਕੇ, ਤਾਂ 200 ਦੇ ਕਰੀਬ ਜਿਹੜੇ ਗੱਦੇ ਇੱਥੇ ਭੇਜ ਦਿੱਤੇ ਨੇ। ਮੋਲਕ ਸਿੰਘ ਨੇ ਆ ਕੇ ਜਿਹੜੇ ਗੱਦੇ ਇੱਥੇ ਦਿੱਤੇ ਨੇ, ਤਾਂ ਇਹਨਾਂ ਨੂੰ ਇਹ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਜਿਹੜੇ ਨਵੇਂ ਇੱਥੇ ਵੀਸੀ ਆਉਣਗੇ ਤੇ ਸਾਡੇ ਜਿਹੜੇ ਹੱਕ ਹੈ ਉਹ ਵੀ ਸਾਨੂੰ ਜਿਹੜਾ ਪੰਜਾਬ ਸਰਕਾਰ ਵੱਲੋਂ ਜਿਹੜੇ ਮਿਲਣੇ ਤੈਅ। ਤਾਂ ਹੁਣ ਦੇਖਣ ਵਾਲੀ ਗੱਲ ਇਹ ਰਹੇਗੀ ਕਿ ਕਦੋਂ ਤੱਕ ਜਿਹੜਾ ਜੇਕਰ ਵੀਸੀ ਜਿਹੜੇ ਹੁਣ ਪੁਰਾਣੇ ਨੇ ਉਹਨਾਂ ਦਾ ਅਸਤੀਫਾ ਪ੍ਰਮਾਣ ਹੁੰਦਾ ਜਾਂ ਨਹੀਂ, ਨਵੇਂ ਵੀਸੀ ਕਦੋਂ ਤੱਕ ਆਉਂਦੇ ਤੇ ਕਦੋਂ ਤੱਕ ਜਿਹੜੇ ਇਹਨਾਂ ਦਾ ਮੰਨਣਾ ਹੱਕ ਇਹਨਾਂ ਨੂੰ ਮਿਲਦੇ ਆ, ਤੇ ਕਦੋਂ ਤੱਕ ਜਿਹੜਾ ਇਸ ਹਸਪਤਾਲ ਦੇ ਵਿੱਚ ਜੋ ਕਮੀਆਂ ਉਸ ਦੀ ਪੂਰਤੀ ਹੁੰਦੀ ਹੈ। ਗੁਰਜੀਤ ਸਿੰਘ ਰਮਾਣਾ, D5 ਚੈਨਲ ਪੰਜਾਬੀ, ਫਰੀਦਕੋਟ। ਹੋਏਗੀ ਕਿਸਾਨਾਂ ਦੀ ਗੱਲ, ਨਵੀਂ ਖੇਤੀ ਮਸ਼ੀਨਾਂ, ਬੀਜਾਂ ਤੇ ਬਾਗਾਂ ਦੀ ਗੱਲ ਲੈ ਕੇ ਚੱਲਾਂਗੇ ਤੁਹਾਨੂੰ ਰੰਗਲੇ ਪੰਜਾਬ ਦੇ ਖੇਤਾਂ ਵੱਲ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ ਫਾਰਮਿੰਗ ਵਿਦ ਅਮਰਜੀਤ ਵੜੈਚ, ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7:30 ਵਜੇ D5 ਚੈਨਲ ਪੰਜਾਬੀ ਤੇ। ਕੀ ਹੁੰਦੀ ਹੈ ਜਮਾਬੰਦੀ, ਕਿਵੇਂ ਬਣਦੀ ਹੈ ਵਸੀਅਤ, ਜ਼ਮੀਨ ਜਾਇਦਾਦ ਦੇ ਹਰ ਮਸਲੇ ਤੇ ਕਰਾਂਗੇ ਚਰਚਾ। ਦੇਖਣਾ ਨਾ ਭੁੱਲਣਾ ਸਾਡਾ ਖਾਸ ਪ੍ਰੋਗਰਾਮ naibtehsildar.com। D5 ਚੈਨਲ ਪੰਜਾਬੀ ਹੁਣੇ ਸਬਸਕ੍ਰਾਈਬ ਕਰੋ, ਬੈਲ ਆਈਕਨ ਤੇ ਕਲਿੱਕ ਕਰੋ।